अकाल दोस्तों, मैं पूजा संधू ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਮਨਪਸੰਦ ਪ੍ਰੋਗਰਾਮ ਦਿਮਾਗ ਦੀ ਬੱਤੀ ਜਗਾਓ ਦੇ ਵਿੱਚ। ਮੈਨੂੰ ਪਤਾ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੋ ਤੇ ਇਸੇ ਲਈ ਤਾਂ ਮੈਂ ਜਲਦੀ ਆ ਜਾਂਦੀ ਹਾਂ ਅਗਲਾ ਐਪੀਸੋਡ ਲੈ ਕੇ। ਤੇ ਬਹੁਤ ਸਾਰੀਆਂ ਜਾਣਕਾਰੀਆਂ ਇਦਾਂ ਦੀਆਂ ਜਿਨ੍ਹਾਂ ਦੇ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਜਾਂ ਫਿਰ ਤੁਸੀਂ ਕਿਤੇ ਨਾ ਕਿਤੇ ਜਾਣਦੇ ਹੋਵੋਗੇ। ਉਹਨਾਂ ਜਾਣਕਾਰੀਆਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਮੈਂ ਆਪਣੇ ਪ੍ਰੋਗਰਾਮ ਨੂੰ ਲੈ ਕੇ ਫਿਰ ਤੋਂ ਹਾਜ਼ਰ ਹਾਂ। ਤੇ ਅੱਜ ਵੀ ਅਸੀਂ ਬਹੁਤ ਸਾਰੇ ਫੈਕਟ ਦੇ ਬਾਰੇ ਜਾਣਾਂਗੇ ਔਰ ਤੁਹਾਨੂੰ ਮੈਂ ਇਦਾਂ ਦੀਆਂ ਗੱਲਾਂ ਵੀ ਦੱਸਾਂਗੀ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਇੱਕ ਵਾਰ ਤਾਂ ਹੈਰਾਨ ਜ਼ਰੂਰ ਹੋ ਜਾਵਾਂਗੇ, है ना। फिर ਆਪਾਂ ਬਿਨਾਂ ਦੇਰੀ ਤੋਂ ਕਰਦੇ ਹਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਤੇ ਚੱਲਦੇ ਹਾਂ ਸਾਡੇ ਪਹਿਲੇ ਫੈਕਟ ਵੱਲ। ਜੀ ਪਹਿਲੇ ਫੈਕਟ ਦੀ ਜੇਕਰ ਮੈਂ ਗੱਲ ਕਰਾਂ ਤੁਹਾਡੇ ਨਾਲ ਤੇ ਤੁਸੀਂ ਅਕਸਰ ਆਪਣੇ ਬਚਪਨ ਤੋਂ ਹੀ ਜਨਰਲ ਨੌਲੇਜ ਦੀਆਂ ਕਿਤਾਬਾਂ ਪੜ੍ਹੀਆਂ ਹੀ ਹੋਣਗੀਆਂ ਤੇ ਸਾਨੂੰ ਸ਼ੁਰੂ ਤੋਂ ਹੀ ਉਹਨਾਂ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਕਿ ਮਨੁੱਖ ਦੁਆਰਾ ਬਣਾਈ ਗਈ ਇੱਕ ਚੀਜ਼ ਜਿਹੜੀ ਕਿ ਚੰਦ ਤੋਂ ਨਜ਼ਰ ਆਉਂਦੀ ਹੈ, ਉਹ ਕਿਹੜੀ ਹੈ? ਉਹ ਹੈ ਜੀ ਚਾਈਨਾ ਦੀ ਵਾਲ, ਜਿਸ ਨੂੰ ਆਪਾਂ ਕਹਿੰਦੇ ਆ ਗ੍ਰੇਟ ਵਾਲ ਆਫ ਚਾਈਨਾ, ਕਿ ਚੰਦ ਤੋਂ ਉਹ ਨਜ਼ਰ ਆਉਂਦੀ ਹੈ। ਪਰ ਹੌਲੀ ਬਚਪਨ ਦੀਆਂ ਜਨਰਲ ਨੌਲੇਜ ਦੀਆਂ ਕਿਤਾਬਾਂ ਤੋਂ ਉਹ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਿਲ ਹੋ ਗਈ। ਪਰ ਜੇ ਇਸ ਗੱਲ ਦੀ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਕਿ ਕੀ ਇਹ ਸੱਚ ਹੈ ਕਿ ਸਾਨੂੰ ਸੱਚਮੁੱਚ ਚੰਦ ਦੇ ਉੱਤੋਂ ਜਿਹੜੀ ਚਾਈਨਾ ਦੀ ਵਾਲ ਹੈ ਉਹ ਨਜ਼ਰ ਆਉਂਦੀ ਵੀ ਹੈ ਕਿ ਨਹੀਂ? ਪਰ ਜੇ ਮੈਂ ਤੁਹਾਨੂੰ ਹੁਣ ਇਹ ਦੱਸਾਂ ਕਿ ਇਹ ਬਿਲਕੁਲ ਝੂਠ ਹੈ ਤੇ ਮੰਨੋਗੇ? ਕਿਉਂਕਿ ਮੰਨਣਾ ਹੀ ਪੈਣਾ, ਇਹ ਸੱਚ ਹੈ ਜੀ ਕਿ ਸਾਨੂੰ ਚੰਦ ਦੇ ਉੱਤੋਂ ਚਾਈਨਾ ਦੀ ਵਾਲ ਨਜ਼ਰ ਨਹੀਂ ਆਉਂਦੀ। 1930 ਦੇ ਵਿੱਚ ਹੀ ਇਸ ਝੂਠ ਨੂੰ ਕਾਰਟੂਨਸ ਦੇ ਦੁਆਰਾ ਫੈਲਾਇਆ ਗਿਆ ਸੀ, ਪਰ ਅਸਲ ਜਿਹੜੀ ਗੱਲ ਹੈ ਉਹ ਸਾਹਮਣੇ ਆਈ ਉਦੋਂ ਜਦੋਂ ਮਨੁੱਖ ਨੇ ਚੰਦ ਦੇ ਉੱਤੇ ਪੈਰ ਰੱਖਿਆ। ਤੇ ਇਹ ਗੱਲ ਚਾਈਨਾ ਦੇ ਇੱਕ ਐਸਟਰੋਨੌਟਸ ਨੇ ਹੀ ਸਾਨੂੰ ਦੱਸੀ ਕਿ ਜਦੋਂ ਉਹ ਚੰਦ ਤੇ ਗਏ ਪਰ ਉਹਨਾਂ ਨੂੰ ਉੱਥੋਂ ਕੋਈ ਵੀ ਵਾਲ ਜਿਹੜੀ ਹੈ ਨਜ਼ਰ ਨਹੀਂ ਆਈ ਔਰ ਇਹ ਗੱਲ ਸੱਚ ਸੀ। ਪ੍ਰਿਥਵੀ ਦੇ ਆਰਬਿਟ ਤੋਂ ਸਾਨੂੰ ਚਾਈਨਾ ਦੀ ਵਾਲ ਨਜ਼ਰ ਆਉਂਦੀ ਹੈ, ਸਟੈਚੂ ਆਫ ਯੂਨਿਟੀ ਨਜ਼ਰ ਆਉਂਦਾ ਹੈ, ਪਰ ਜੇਕਰ ਗੱਲ ਕੀਤੀ ਜਾਵੇ ਕਿ ਚੰਦ ਦੇ ਉੱਤੋਂ ਸਾਨੂੰ ਵਾਲ ਨਜ਼ਰ ਆਉਂਦੀ ਹੈ, ਇਹ ਬਿਲਕੁਲ ਝੂਠ ਹੈ। ਔਰ ਅੱਗੇ ਜਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਚੰਦ ਤੋਂ ਸਿਰਫ ਤੇ ਸਿਰਫ ਇੱਕ ਗ੍ਰਹਿ ਨਜ਼ਰ ਆਉਂਦਾ ਹੈ ਜਿਹੜਾ ਕਿ ਇੱਕ ਹਰੇ ਪੀਲੇ ਨੀਲੇ ਧੱਬਿਆਂ ਦਾ ਨੀਲਾ ਗ੍ਰਹਿ ਹੈ। ਇਸ ਤੋਂ ਇਲਾਵਾ ਹੋਰ ਉੱਥੋਂ ਕੁਝ ਵੀ ਨਜ਼ਰ ਨਹੀਂ ਆਉਂਦਾ। ਜੀ ਵਧਦੇ ਹਾਂ ਅਸੀਂ ਅਗਲੇ ਫੈਕਟ ਦੇ ਵੱਲ। ਜੇਕਰ ਮੈਂ ਗੱਲ ਕਰਾਂ ਕਿ ਤੁਹਾਡੇ ਦੇਸ਼ਾਂ ਦੇ ਵਿੱਚ ਤਾਪਮਾਨ ਕਿੰਨਾ ਜ਼ਿਆਦਾ ਠੰਡਾ ਹੋ ਸਕਦਾ ਹੈ ਤੇ ਤੁਸੀਂ ਕੀ ਕਹੋਗੇ ਕਿ ਸ਼ਾਇਦ 2 ਡਿਗਰੀ 1 ਡਿਗਰੀ ਘੱਟੋ ਘੱਟ ਇਹ ਹੋ ਸਕਦਾ ਹੈ ਤੇ 1 ਜਾਂ 2 ਡਿਗਰੀ ਦੇ ਵਿੱਚ ਹੀ ਸਾਡੇ ਸਕੂਲ ਕਾਲਜ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਂਦੇ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਪਰ ਜੇਕਰ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਵਾਂ ਕਿ -50 ਡਿਗਰੀ ਸੈਲਸੀਅਸ ਦੇ ਵਿੱਚ ਵੀ ਬੱਚੇ ਸਕੂਲ ਜਾਂਦੇ ਨੇ, ਉਹ ਕਿਹੜਾ ਦੇਸ਼ ਹੈ? ਹੈਰਾਨ ਹੋ ਗਏ ਨਾ? ਇਹ ਹੈ ਜੀ ਓਮੀਆਕੌਨ, ਰਸ਼ੀਆ ਦਾ ਇੱਕ ਛੋਟਾ ਜਿਹਾ ਗਾਂਵ ਹੈ ਜਿੱਥੇ ਕਿ -50 ਡਿਗਰੀ ਸੈਲਸੀਅਸ ਦੇ ਵਿੱਚ ਵੀ ਬੱਚੇ ਸਕੂਲ ਜਾਂਦੇ ਹਨ, ਜਦ ਕਿ ਉੱਥੇ ਇੰਨੀ ਜ਼ਿਆਦਾ ਠੰਡ ਹੁੰਦੀ ਹੈ ਕਿ ਤੁਹਾਨੂੰ ਜ਼ਮੀਨ ਦੇਖਣੀ ਵੀ ਔਖੀ ਹੋ ਜਾਂਦੀ ਹੈ। ਸਾਰੀ ਦੀ ਸਾਰੀ ਜ਼ਮੀਨ ਜਿਹੜੀ ਹੈ ਉਹ ਬਰਫ਼ ਦੇ ਨਾਲ ਢਕੀ ਹੋਈ ਹੁੰਦੀ ਹੈ, ਪਰ ਫਿਰ ਵੀ ਉੱਥੇ ਦੇ ਬੱਚੇ ਸਕੂਲ ਜਾਂਦੇ ਹਨ ਕਿਉਂਕਿ ਉਹਨਾਂ ਵਾਸਤੇ ਇਹ ਤਾਪਮਾਨ ਨੋਰਮਲ ਹੈ। 1933 ਦੀ ਜੇਕਰ ਗੱਲ ਕਰਾਂ ਤੇ ਉੱਥੇ 67 ਮਤਲਬ -67.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਇਸ ਕਰਕੇ ਉਹਨਾਂ ਨੂੰ ਖਾਸਾ ਫਰਕ ਨਹੀਂ ਪੈਂਦਾ -50 ਡਿਗਰੀ ਸੈਲਸੀਅਸ ਦੇ ਨਾਲ। ਤੇ ਜੇਕਰ ਖਾਣ ਦੀ ਗੱਲ ਕੀਤੀ ਜਾਵੇ ਉੱਥੇ ਬਰਫ਼ ਇੰਨੀ ਜ਼ਿਆਦਾ ਪੈਂਦੀ ਹੈ ਕਿ ਕੁਝ ਵੀ ਤੁਸੀਂ ਉੱਥੇ ਉਗਾ ਨਹੀਂ ਸਕਦੇ। ਪਰ ਖਾਣ ਦੇ ਵਿੱਚ ਉੱਥੇ ਸਿਰਫ ਉਹਨਾਂ ਦੀ ਇੱਕ ਮਾਰਕੀਟ 'ਚੋਂ ਮੱਛਲੀ ਮਿਲਦੀ ਹੈ, ਉਹ ਵੀ ਦਿਨ ਦੇ ਵਿੱਚ ਕੁਝ ਸਮੇਂ ਵਾਸਤੇ ਹੀ ਤੁਸੀਂ ਖਰੀਦ ਸਕਦੇ ਹੋ। ਤੇ ਅਗਰ ਕੱਪੜਿਆਂ ਦੀ ਗੱਲ ਕੀਤੀ ਜਾਵੇ ਕਿ ਕੱਪੜੇ ਕਿੱਦਾਂ ਸੁੱਕਦੇ ਨੇ ਉੱਥੇ, ਤੇ ਜੀ ਉਹ ਬਹੁਤ ਜਲਦੀ ਸੈਕਿੰਡਾਂ ਦੇ ਵਿੱਚ ਕੱਪੜੇ ਜਿਹੜੇ ਆ ਉੱਥੇ ਸੁੱਕ ਜਾਂਦੇ ਨੇ। ਉਸਦਾ ਕਾਰਨ ਇਹ ਹੈ ਕਿ ਇੰਨਾ ਜ਼ਿਆਦਾ ਤਾਪਮਾਨ ਘੱਟ ਹੋਣ ਦੇ ਕਾਰਨ ਨਮੀ ਬਹੁਤ ਜਲਦੀ ਸੋਕੀ ਜਾਂਦੀ ਹੈ ਤੇ ਜਿਹਦੇ ਨਾਲ ਜਿਹੜੇ ਪਾਣੀ ਹੈ ਉਹ ਬਰਫ਼ ਬਣ ਜਾਂਦੀ ਹੈ ਤੇ ਉਸ ਨੂੰ ਤੁਸੀਂ ਝਾੜ ਕੇ ਕੱਪੜਿਆਂ ਨੂੰ ਪਾ ਸਕਦੇ ਹੋ। ਮਤਲਬ ਕੈਨ ਯੂ ਇਮੈਜਿਨ ਕਿ ਉੱਥੇ ਇੰਨੀ ਜ਼ਿਆਦਾ ਠੰਡ ਹੈ ਔਰ ਲੋਕੀ ਬਾਹਰ ਜਾਂਦੇ ਹਨ, ਸਕੂਲ ਜਾਂਦੇ ਹਨ ਔਰ ਫਿਰ ਵੀ ਉੱਥੇ ਸਰਵਾਈਵ ਕਰ ਰਹੇ ਨੇ। ਹੈ ਨਾ ਹੈਰਾਨ ਕਰਨ ਵਾਲੀ ਗੱਲ? ਜੀ ਹੁਣ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹਾਂ ਅਗਲੇ ਫੈਕਟ ਦੇ ਬਾਰੇ। ਅਕਸਰ ਤੁਸੀਂ ਬਾਰਿਸ਼ ਦੇ ਦਿਨਾਂ ਦੇ ਵਿੱਚ ਗਰਜਦੇ ਹੋਏ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੋਈ ਜ਼ਰੂਰ ਦੇਖੀ ਹੋਵੇਗੀ ਤੇ ਇਹ ਵੀ ਸੁਣਿਆ ਹੋਵੇਗਾ ਕਿ ਬਿਜਲੀ ਡਿੱਗਣ ਦੇ ਨਾਲ ਕਿਸੇ ਦੀ ਮੌਤ ਹੋ ਗਈ। ਪਰ ਤੁਹਾਨੂੰ ਲੱਗਦਾ ਹੈ ਕਿ ਬਿਜਲੀ ਡਿੱਗਣ ਦੇ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ? हाँ जी, ये बिल्कुल सच है। बिजली डिगन दे नाल मौत तो जरूर हो सकती है, पर अगर गल करा कि बिजली डिगन दे नाल मरे हुए लोगों की जे प्रतिशत आपां कढ़िया जावे ते सिर्फ 10% लोग जिहड़े ने बिजली डिगन दे नाल मरदे ने।
उसका कारण ये है कि आसमान की जिहड़ी बिजली है उहदी चमक तो जरूर हुंदी ही है, पर उसदे नाल नुकसान भी बहुत ज़्यादा हो सकता है। पर जे इंसान दे शरीर दे विचों बिजली गुजरती है, जिस हिस्से दे विचों बिजली गुजर के जाती है और जिस हिस्से दे विचों निकलती है, उस हिस्से ते एक पेड़ दे वांगू जड़ां दे वांगू निशान बन जाता है, टैटू बन जाता है। ते उस तो बाद दी जेकर गल कीती जावे कि उन्हां दा मरण दर किन्ना कुछ हो सकता है, ते बहुत घट हुंदा है कि बिजली दे नाल कोई इंसान मर जावे। पर हाँ, ये जरूर है कि वो निशान जिहड़ा आ बिजली इंसान दे शरीर दे उत्ते छड्ड जाती है, ते इस नूं लिचनबर्ग कहा जाता है। ते जेकर किते इंसान की मौत हुंदी है ते उसका कारण ज़्यादा तो ज़्यादा यही नोट किया गया है कि उसका दिल काम करन तो बंद कर दिंदा है, इस करके बिजली डिगण नाल उस इंसान की मौत हो जाती है। पर ज़्यादातर तुसी इस चीज़ नूं लैके घबराउणा नहीं है, क्योंकि बिजली डिगण दे नाल बहुत घट चांसेस ने कि मौत हो जाए। वधदे हां जी हुण अगले इफैक्ट दे वल। ते हुण मैं तुहानूं जानकारी देण जा रही हां जी उस चीज़ दी जिहदे बारे तुसी जाणदे भी हो और तुसी आस-पास अपने देखी भी होएगी और उसनूं यूज़ भी कीता होएगा। पर बहुत सारियां इदां दीयां चीज़ां साडे आले दुआले हुंदियां हन जिन्हां दी बनावट एक अलग ही तरीके नाल हुंदी है, पर असीं कदे नहीं सोचदे कि ये किद्दां बनाई गई है या फिर इस दे बनाउण दे पिछे कारण की है। जेकर गल करा मैं कैंप जिलेट दी, जिन्हां ने 1901 दे विच जिलेट कंपनी का निर्माण किया सी। ये एक ब्लेड कंपनी है जिन्हां ने सब तो पहला ब्लेड ते रेजर नूं इकट्ठे बनाया सी। जेकर तुसी ब्लेड ते नज़र मारी होवे तां उहदे विच एक कट हुंदा है, एक अलग तरीके दी कटिंग दित्ती हुंदी है। पर तुसी कदे नोटिस कीता है कि इस कटिंग नूं ब्लेड दे विच क्यों दित्ता गया है और मिडल दे विच इस तरह दी कटिंग दा की मतलब है? यही तो दसन लई आई है ना मैं। हाँ जी बिल्कुल, तो इस कटिंग का मतलब होंदा है कि जिहड़ा सब तो पहला ब्लेड बनना शुरू होया सी वो बहुत पतला बन जाता सी ते उसनूं आसानी दे नाल जिहड़ा फोल्ड किया जा सकदा सी ते फोल्ड करन दे नाल वो ब्लेड टुट जाता सी। इस करके इस कंपनी के मालिक ने एक आइडिया लगाया कि इसनूं किस तरह असीं ठीक कर सकते हैं, ते यही आइडिया अगे जाके काम भी आया। उन्होंने एक डिज़ाइन सोचा जो कटिंग के रूप दे विच ब्लेड नूं दिता गया है, जिस दे नाल कि ब्लेड नूं मोड़न ते भी वो टुटदा नहीं है। ते दूसरा कारण इसका यह है कि ब्लेड रेजर दे विच बहुत आसानी दे नाल फिट हो जाता है ना? मज़ेदार फैक्ट जी। वधदे हुण अगले इफैक्ट दे वल। तुसी स्टैचू ऑफ यूनिटी विजिट किया है, मतलब उसनूं देखिया है या नहीं देखिया है तो मैनूं जरूर दसना और देख के जरूर आना। स्टैचू ऑफ यूनिटी की जेकर गल की जाए तो गुजरात दे विच इसनूं बनाया गया है। एक बहुत ही वड्डी प्रतिभा है जिसका कंपैरिजन किया जाता है जी अमेरिका दे स्टैचू ऑफ लिबर्टी दे नाल। स्टैचू ऑफ लिबर्टी जेकर तुसी नहीं देखी है या फिर तुहानूं उसका इतिहास नहीं पता है तो जरूर सर्च करो। ते बाकी गल तो मैं तुहानूं दस ही रही हां कि स्टैचू ऑफ लिबर्टी की जे इतिहास की गल की जाए तो तुसी जानते हो कि स्टैचू ऑफ लिबर्टी जिहड़ी है वो अमेरिका दे विच नहीं बनी सी। उसका कारण ये सी क्योंकि इसनूं गिफ्ट किया गया सी फ्रांस दे वल्लों। गल इदां सी जी कि फ्रांस दे पॉलिटिकल थिंकर एडवर्ड ने जदों अमेरिका दे नाल अपने 100 सालां दी दोस्ती नूं यादगार बनाउण वास्ते इस स्टैचू नूं बनाया सी। उसने अपने सहयोगियों तो और जनता तो फंड इकट्ठा किया ते इस स्टैचू का निर्माण किया। उस तो बाद इस स्टैचू नूं अमेरिका भेजा गया शिप दे राही और फिर उसते जाके इसनूं इकट्ठा किया गया। पहला इस जदों फ्रांस तो अमेरिका नूं अलग अलग पार्ट्स नूं शिप दे राही भेजा गया सी और बाद दे विच अमेरिका पहुंच के फिर इसनूं समुंदर दे विच एक बेस बना के पार्ट्स नूं असैंबल करके इस मूर्ति का निर्माण किया गया सी। मतलब गिफ्ट दे विच मिली हुई मूर्ति जिहड़ी है अमेरिका दी स्टैचू ऑफ लिबर्टी एक बहुत ही वड्डा जिहड़ा मान बन चुका है अमेरिका दा। उसनूं कंपैरिजन किया जाता है जी स्टैचू ऑफ यूनिटी दे नाल, है ना? मजेदार फैक्ट। चलदे हां जी हुण अगले फैक्ट दे वल। अपने परिवार वास्ते इंसान की नहीं करता, अपने परिवार दे लई वो इन्नी मेहनत करता है कि उसका परिवार जिहड़ा है वो एक अच्छी जिंदगी बतीत कर सके। पर मैं जिहड़ी तुहानूं हुण गल दस्सण जा रही हां उस दे बारे शायद तुसी कदे सोच भी नहीं सकदे या फिर सोचिया होएगा, सुनिया भी होएगा, पर बहुत सारे लोग इदां दे होणगे जिन्हां नूं इस गल दे बारे नहीं पता होएगा। ये एक हैरान करन वाला फैक्ट है।
ਉਹ ਹੈ ਜੀ ਕੋਲੰਬੀਆ ਦੇ ਪਬਲੋ ਦਾ, ਜਿਹੜਾ ਕਿ ਪੁਲਿਸ ਤੋਂ ਬਚਦੇ ਇੱਕ ਪਹਾੜੀ ਇਲਾਕੇ ਦੇ ਵਿੱਚ ਰਹਿਣ ਲੱਗ ਪਿਆ ਸੀ। ਉਸ ਪਹਾੜੀ ਇਲਾਕੇ ਦੇ ਵਿੱਚ ਇੰਨੀ ਕੁ ਜ਼ਿਆਦਾ ਠੰਡ ਸੀ ਕਿ ਜਿਹੜਾ ਪਰਿਵਾਰ ਹੈ ਉਹ ਠੰਡ ਦੇ ਨਾਲ ਉਹਨਾਂ ਦੀ ਬੁਰੀ ਹਾਲਤ ਹੋ ਰਹੀ ਸੀ। ਪਰ ਬਿਜਲੀ ਜਾਣ ਕਰਕੇ ਕਮਰੇ ਦੀ ਹੀਟ ਵੀ ਔਨ ਨਹੀਂ ਹੋ ਰਹੀ ਸੀ ਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੋ ਗਈ ਸੀ। ਤੇ ਤੁਸੀਂ ਮੰਨੋਗੇ ਉਸ ਇਨਸਾਨ ਨੇ ਆਪਣੇ ਪਰਿਵਾਰ ਨੂੰ ਠੰਡ ਤੋਂ ਬਚਾਉਣ ਵਾਸਤੇ ਕੀ ਕੀਤਾ? ਸੋਚੋ, ਥੋੜਾ ਦਿਮਾਗ ਤੇ ਜ਼ੋਰ ਲਗਾਓ, ਮੈਂ ਦੱਸ ਦਿੰਦੀ ਹਾਂ। ਉਸਨੇ ਆਪਣੇ ਪਰਿਵਾਰ ਨੂੰ ਠੰਡ ਤੋਂ ਬਚਾਉਣ ਦੇ ਲਈ 13 ਕਰੋੜ ਦੇ ਨੋਟਾਂ ਨੂੰ ਅੱਗ ਲਗਾ ਦਿੱਤੀ। ਮਤਲਬ ਸੋਚ ਸਕਦੇ ਹੋ, ਬੰਦੇ ਨੇ ਪੈਸਿਆਂ ਨੂੰ ਅੱਗ ਲਾਤੀ। ਹਾਂਜੀ, ਇਹ ਬਿਲਕੁਲ ਸੱਚ ਹੈ। ਪਬਲੋ ਨੇ 13 ਕਰੋੜ ਦੇ ਨੋਟਾਂ ਨੂੰ ਅੱਗ ਲਗਾ ਦਿੱਤੀ ਸੀ ਤਾਂ ਕਿ ਉਹਨਾਂ ਦੇ ਬੱਚੇ ਤੇ ਉਹਨਾਂ ਦਾ ਪਰਿਵਾਰ ਜਿਹੜਾ ਆ ਉਹ ਠੰਡ ਤੋਂ ਬਚ ਸਕੇ। ਪਰ ਜੇਕਰ ਤੁਸੀਂ ਪਬਲੋ ਦੇ ਬਾਰੇ ਜਾਣਦੇ ਹੋ ਤਾਂ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਉਸਦੀ ਸਾਲਾਨਾ ਇਨਕਮ ਜਿਹੜੀ ਸੀ ਉਹ 1,27,000 ਕਰੋੜ ਸੀ ਤੇ ਉਹ ਹਰ ਮਹੀਨੇ ਸਿਰਫ ਆਪਣੇ ਨੋਟਾਂ ਦੀਆਂ ਗੱਡੀਆਂ ਨੂੰ 1,50,000 ਦੀ ਰਬੜਾਂ ਖਰੀਦਦਾ ਸੀ। ਮਤਲਬ ਇੰਨੇ ਜ਼ਿਆਦਾ ਪੈਸੇ ਸੀ ਉਹਦੇ ਕੋਲ। ਜੀ ਬਿਲਕੁਲ, ਉਹਦੇ ਕੋਲ ਇੰਨੇ ਜ਼ਿਆਦਾ ਪੈਸੇ ਸੀ। ਔਰ ਇੱਕ ਜਿਹੜੀ ਮਜ਼ੇਦਾਰ ਗੱਲ ਇਹ ਵੀ ਹੈ ਕਿ ਉਹਦੇ ਗੋਡਾਨ ਦੇ ਵਿੱਚ ਪਏ 10% ਨੋਟ ਜਿਹੜੇ ਸੀ ਉਹ ਤਾਂ ਇਕੱਲੇ ਚੂਹੇ ਹੀ ਖਾ ਜਾਂਦੇ ਸੀ। ਇੱਕ ਅਲੱਗ ਜਿਹਾ ਔਰ ਮਜ਼ੇਦਾਰ ਫੈਕਟ ਹੈ, ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਇਹ ਫੈਕਟ ਜਿਹੜਾ ਆ ਉਹ ਪਸੰਦ ਆਇਆ ਹੋਵੇਗਾ। ਹੁਣ ਵਧਦੇ ਹਾਂ ਅਗਲੇ ਫੈਕਟ ਦੇ ਵੱਲ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਟਰੈਵਲ ਤਾਂ ਜ਼ਰੂਰ ਕੀਤਾ ਹੋਏਗਾ ਤੇ ਤੁਸੀਂ ਇਹ ਵੀ ਚੀਜ਼ ਨੋਟ ਕੀਤੀ ਹੋਏਗੀ ਕਿ ਜਿੱਥੇ ਵੀ ਤੁਸੀਂ ਟਰੈਵਲ ਕਰਦੇ ਹੋ, ਜਿਸ ਵੀ ਕੰਟਰੀ ਦੇ ਵਿੱਚ ਟਰੈਵਲ ਕਰਦੇ ਹੋ, ਉੱਥੇ ਦੇ ਟ੍ਰੈਫਿਕ ਰੂਲਸ ਅਲੱਗ-ਅਲੱਗ ਹੁੰਦੇ ਨੇ। ਅਗਰ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤੁਹਾਨੂੰ ਅਲੱਗ ਰੂਲਸ ਮਿਲਣਗੇ, ਜਾਂ ਫਿਰ ਕੈਨੇਡਾ ਦੀ ਜਾਂ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਟ੍ਰੈਫਿਕ ਰੂਲਸ ਤੁਹਾਨੂੰ ਅਲੱਗ ਦੇਖਣ ਨੂੰ ਮਿਲਣਗੇ। ਪਰ ਮੈਂ ਹੁਣ ਗੱਲ ਕਰਨ ਜਾ ਰਹੀ ਹਾਂ UAE ਦੀ। ਅਗਰ ਤੁਸੀਂ ਦੁਬਈ ਜਾਂ ਫਿਰ ਅਰਬ ਕੰਟਰੀ ਦੇ ਵਿੱਚ ਕਿਤੇ ਵੀ ਟਰੈਵਲ ਕੀਤਾ ਹੋਏ ਤਾਂ ਤੁਸੀਂ ਉਹਨਾਂ ਦੇ ਟ੍ਰੈਫਿਕ ਰੂਲਸ ਤੋਂ ਵਾਕਿਫ ਹੋਵੋਗੇ। ਪਰ ਜੇਕਰ ਨਹੀਂ ਹੋ ਤੇ ਮੈਂ ਤੁਹਾਨੂੰ ਇਹੀ ਸਲਾਹ ਦਊਂਗੀ ਕਿ ਉੱਥੇ ਬਿਲਕੁਲ ਵੀ ਗੱਡੀ ਡਰਾਈਵ ਨਾ ਕਰਿਓ, ਕਿਉਂਕਿ ਜ਼ਿਆਦਾਤਰ ਸੈਲਾਨੀ ਜਿਹੜੇ ਉੱਥੇ ਘੁੰਮਣ ਜਾਂਦੇ ਨੇ ਉਹ ਰੈਂਟ ਤੇ ਗੱਡੀਆਂ ਨੂੰ ਹਾਇਰ ਕਰਕੇ ਖੁਦ ਗੱਡੀ ਡਰਾਈਵ ਕਰਦੇ ਨੇ, ਪਰ ਉਹਨਾਂ ਨੂੰ ਰੂਲਸ ਦੇ ਬਾਰੇ ਨਹੀਂ ਪਤਾ ਹੁੰਦਾ। ਤੇ ਇਹ ਗੱਲ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ UAE ਦੀ ਟ੍ਰੈਫਿਕ ਰੂਲਸ ਇੰਨੇ ਜ਼ਿਆਦਾ ਸਟ੍ਰਿਕਟ ਨੇ ਕਿ ਉਹ ਟ੍ਰੈਫਿਕ ਵਾਇਲੇਸ਼ਨ ਤੋਂ ਇਕੱਠੇ ਹੋਣ ਵਾਲੇ ਜਿਹੜੇ ਫਾਈਨ ਨੇ ਉਹਨਾਂ ਦੀ ਕੀਮਤ ਜੇ ਤੁਹਾਨੂੰ ਦੱਸਾਂ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਮਤਲਬ ਕੱਲਾ ਟ੍ਰੈਫਿਕ ਵਾਇਲੇਸ਼ਨ ਤੋਂ ਹੀ ਉਹ ਜਿਹੜਾ ਫਾਈਨ ਇਕੱਠਾ ਕਰਦੇ ਨੇ ਉਸਦੀ ਕਮਾਈ ਹੈ ਜੀ 35 ਬਿਲੀਅਨ US$, ਯਾਨੀ ਕਿ 26 ਖਰਬ ਕਰੋੜ ਤੋਂ ਵੀ ਉੱਪਰ। ਤੇ ਅਗਰ ਗੱਲ ਕੀਤੀ ਜਾਵੇ UAE ਦੀ GDP ਦੀ ਤੇ ਇਹ ਸਿਰਫ ਉਸਦਾ 10% ਦਾ ਹਿੱਸਾ ਹੈ। ਮਤਲਬ ਤੁਸੀਂ ਇਹ ਸੋਚ ਸਕਦੇ ਹੋ ਕਿ ਕੱਲਾ ਟ੍ਰੈਫਿਕ ਵਾਇਲੇਸ਼ਨ ਤੋਂ ਹੀ ਉਹ ਇੰਨਾ ਜ਼ਿਆਦਾ ਫਾਈਨ ਇਕੱਠਾ ਕਰਦੇ ਨੇ ਕਿ ਉਹਨਾਂ ਦੀ ਕਮਾਈ ਇੰਨੀ ਜ਼ਿਆਦਾ ਹੋ ਜਾਂਦੀ ਹੈ। ਸੋ ਅੱਗੇ ਤੋਂ ਧਿਆਨ ਰੱਖਣਾ ਹੈ, ਅਗਰ ਤੁਸੀਂ ਉੱਧਰ ਕਿਤੇ ਟਰੈਵਲ ਕਰ ਰਹੇ ਹੋ ਜਾਂ ਫਿਰ ਗੱਡੀ ਡਰਾਈਵ ਕਰ ਰਹੇ ਹੋ ਤਾਂ ਪਹਿਲੀ ਚੀਜ਼ ਇਹ ਕਿ ਤੁਹਾਨੂੰ ਟ੍ਰੈਫਿਕ ਰੂਲਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਦੂਸਰੀ ਚੀਜ਼ ਇਹ ਕਿ ਅਗਰ ਪਤਾ ਹੈ ਤੇ ਉਸ ਨੂੰ ਬਿਲਕੁਲ ਵੀ ਤੋੜਨਾ ਨਹੀਂ ਹੈ, ਨਹੀਂ ਤਾਂ ਫਾਈਨ ਭਰਨਾ ਪਏਗਾ। ਜੀ ਹੁਣ ਵਧਦੇ ਹਾਂ ਅਸੀਂ ਅਗਲੇ ਫੈਕਟ ਦੇ ਵੱਲ। ਤੇ ਜੇਕਰ ਅਗਲੇ ਫੈਕਟ ਦੀ ਗੱਲ ਕਰਾਂ ਤਾਂ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਫਿਲਮੀ ਦੁਨੀਆ ਦੇ ਵਿੱਚ ਲੈ ਕੇ ਜਾਣ ਵਾਲੀ ਹਾਂ। ਤੇ ਫਿਲਮੀ ਦੁਨੀਆ ਦੇ ਵਿੱਚ ਮੈਂ ਗੱਲ ਕਰ ਰਹੀ ਹਾਂ ਜੀ ਬਲੈਕ ਮੂਵੀ ਦੀ। ਅਗਰ ਤੁਸੀਂ ਬਲੈਕ ਮੂਵੀ ਦੇਖੀ ਹੋਵੇ ਤੇ ਉਹਦੇ ਵਿੱਚ ਤੁਹਾਨੂੰ ਅਮਿਤਾਭ ਬੱਚਨ ਤੇ ਰਾਣੀ ਦਾ ਸੀਨ ਜਿਹੜਾ ਇੱਕ ਬਹੁਤ ਹੀ ਪਸੰਦ ਆਇਆ ਹੋਏਗਾ ਤੇ ਤੁਹਾਨੂੰ ਯਾਦ ਵੀ ਹੋਏਗਾ। ਉਹ ਸੀਨ ਦੇ ਵਿੱਚ ਜੀ ਬਰਫ਼ ਡਿੱਗ ਰਹੀ ਸੀ ਤੇ ਅਗਰ ਉਸ ਬਰਫ਼ ਦੀ ਗੱਲ ਕਰਾਂ ਕਿ ਉਹ ਅਸਲੀ ਸੀ ਜਾਂ ਨਕਲੀ ਸੀ ਤੇ ਉਹ ਬਰਫ਼ ਨਕਲੀ ਸੀ। ਉਸ ਦਾ ਕਾਰਨ ਜਿਹੜਾ ਸੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ 2004 ਦੇ ਵਿੱਚ ਜਦੋਂ ਇਸ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਤੇ ਫਿਲਮ ਮੇਕਰ ਨੂੰ ਬਰਫ਼ ਦੇ ਕੁਝ ਸ਼ਾਟ ਚਾਹੀਦੇ ਸੀ, ਕੁਝ ਸੀਨ ਚਾਹੀਦੇ ਸੀ, ਪਰ ਸੁਪਨਿਆਂ ਨੂੰ ਜਾਂ ਕਹਿ ਲਓ ਫਿਰ ਸਾਡੀ ਇਮੇਜਿਨੇਸ਼ਨ ਨੂੰ ਇੱਕ ਜਿਹੜੀ ਆਕਾਰ ਦੇਣਾ ਹੁੰਦਾ ਹੈ, ਉਸ ਆਕਾਰ ਨੂੰ ਕੈਮਰਾ ਤੇ ਲੈ ਕੇ ਆਉਣਾ ਹੁੰਦਾ ਹੈ, ਉਸ ਦੇ ਪਿੱਛੇ ਤੁਹਾਨੂੰ ਪਤਾ ਹੈ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਇਸੇ ਲਈ ਹੀ ਫਿਲਮ ਮੇਕਰਸ ਨੇ ਇਸ ਸੀਨ ਦੇ ਪਿੱਛੇ ਬਹੁਤ ਮਿਹਨਤ ਕੀਤੀ ਸੀ। ਜਦੋਂ 2004 ਦੇ ਵਿੱਚ ਇਸ ਦਾ ਸ਼ੂਟ ਚੱਲ ਰਿਹਾ ਸੀ ਤੇ ਸ਼ਿਮਲਾ ਦੇ ਵਿੱਚ ਪੂਰੀ ਦੀ ਪੂਰੀ ਟੀਮ ਜਨਵਰੀ ਦੇ ਵਿੱਚ ਹੀ ਪਹੁੰਚ ਗਈ ਸੀ ਕਿਉਂਕਿ ਫਿਲਮ ਮੇਕਰ ਚਾਹੁੰਦੇ ਸੀ ਕਿ ਇਸ ਸੀਨ ਨੂੰ ਓਰੀਜਨਲੀ ਸ਼ੂਟ ਕੀਤਾ ਜਾਵੇ, ਜਿਹੜੀ ਬਰਫ਼ ਸੀ ਉਸ ਨੂੰ ਅਸਲੀ ਦਿਖਾਇਆ ਜਾਵੇ। ਇਸ ਕਰਕੇ ਸ਼ਿਮਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਜਦੋਂ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਵੀ ਬਰਫ਼ ਤਾਂ ਬਿਲਕੁਲ ਵੀ ਨਹੀਂ ਪੈ ਰਹੀ ਤੇ ਕਾਫੀ ਦਿਨ ਰੁਕਣ ਤੋਂ ਬਾਅਦ ਵੀ ਜਦੋਂ ਬਰਫ਼ ਉੱਥੇ ਨਹੀਂ ਪਈ ਤੇ ਫਿਰ ਉਹਨਾਂ ਨੇ ਕੀ ਕੀਤਾ, ਸ਼ਿਮਲਾ ਦੀ ਮਾਰਕੀਟ ਦੇ ਵਿੱਚੋਂ ਨਮਕ ਖਰੀਦਿਆ ਤੇ ਮੁੰਬਈ ਤੋਂ ਬਰਫ਼ ਬਣਾਉਣ ਵਾਲੀਆਂ ਮਸ਼ੀਨਾਂ ਮੰਗਵਾ ਲਈਆਂ
ਤੇ ਉਸ ਦੇ ਰਾਹੀਂ ਇੱਕ ਅਸਲੀ ਬਰਫ਼ ਤਿਆਰ ਕੀਤੀ ਗਈ ਔਰ ਇਸ ਅਸਲੀ ਬਰਫ਼ ਨੂੰ ਦੇਖ ਕੇ ਤਾਂ ਉੱਥੇ ਦੇ ਲੋਕ ਵੀ ਹੈਰਾਨ ਸੀ ਔਰ ਉਸ ਨੂੰ ਛੂ ਕੇ ਦੇਖ ਰਹੇ ਸੀ ਕਿ ਸੱਚਮੁੱਚ ਬਰਫ਼ ਅਸਲੀ ਹੈ। ਤੇ ਬਿਲਕੁਲ ਇਹ ਗੱਲ ਸੱਚ ਹੈ ਜੀ, ਉਹ ਬਰਫ਼ ਬਿਲਕੁਲ ਅਸਲੀ ਵਾਂਗ ਹੀ ਲੱਗ ਰਹੀ ਸੀ ਤੇ ਕਿਉਂਕਿ ਸੀਨ ਨੂੰ ਇੰਨਾ ਜ਼ਿਆਦਾ ਓਰੀਜਨਲੀ ਦਿਖਾਉਣਾ ਸੀ, ਇਸ ਕਰਕੇ ਉਹਨਾਂ ਨੂੰ ਬਰਫ਼ ਦਾ ਜਿਹੜਾ ਨਿਰਮਾਣ ਉੱਥੇ ਹੀ ਕਰਨਾ ਪਿਆ। ਪਰ ਬਾਅਦ ਦੀ ਜਿਹੜੀ ਗੱਲ ਹੈ ਉਹ ਇਦਾਂ ਹੋਈ ਕਿ ਜਦੋਂ ਇਹ ਸ਼ੂਟ ਹੋ ਗਿਆ, ਸੀਨ ਸ਼ੂਟ ਹੋ ਗਿਆ, ਦੂਸਰੇ ਦਿਨ ਹੀ ਉੱਥੇ ਬਹੁਤ ਜ਼ਿਆਦਾ ਬਰਫ਼ਬਾਰੀ ਹੋ ਗਈ। ਦੇਖਿਆ ਨਾ, ਇਹਨੂੰ ਕਹਿੰਦੇ ਨੇ ਬਦਕਿਸਮਤੀ। ਪਰ ਫਿਰ ਵੀ ਇਹ ਸੀਨ ਬਹੁਤ ਸੋਹਣਾ ਸ਼ੂਟ ਹੋਇਆ ਤੇ ਉਸ ਤੋਂ ਬਾਅਦ ਇਸ ਫਿਲਮ ਨੂੰ ਪਸੰਦ ਕੀਤਾ ਗਿਆ ਔਰ ਇਸ ਸੀਨ ਦੀ ਖਾਸ ਕਰਕੇ ਬਹੁਤ ਜ਼ਿਆਦਾ ਤਾਰੀਫ ਹੋਈ। ਹੈ ਨਾ ਮਜ਼ੇਦਾਰ ਫੈਕਟ। ਜੀ ਵਧਦੇ ਹਾਂ ਹੁਣ ਆਪਾਂ ਅਗਲੇ ਫੈਕਟ ਦੇ ਵੱਲ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਰੇਲਵੇ ਟਰੈਕ ਦੇਖੇ ਹੋਣਗੇ ਜਾਂ ਫਲਾਈਓਵਰਸ ਦੇਖੇ ਹੋਣਗੇ ਜਿਹੜੇ ਕਿ ਬਹੁਤ ਵੱਡੇ ਹਨ ਔਰ ਦੇਖਿਆ ਹੋਏਗਾ ਕਿ ਇਹ ਇੰਨੇ ਜ਼ਿਆਦਾ ਲੰਬੇ ਹੁੰਦੇ ਹਨ ਕਿ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਦੁਨੀਆ ਦਾ ਸਭ ਤੋਂ ਵੱਡਾ ਪੁਲ ਹੈ। ਪਰ ਜੇਕਰ ਮੈਂ ਤੁਹਾਨੂੰ ਹੁਣ ਇਹ ਦੱਸਾਂ ਕਿ ਵਿਸ਼ਵ ਦਾ ਸਭ ਤੋਂ ਵੱਡਾ ਪੁਲ ਬਣ ਰਿਹਾ ਹੈ ਤਾਂ ਫਿਰ ਕਿੱਦਾਂ ਲੱਗੇਗਾ? ਜੀ ਹਾਂ, ਬਿਲਕੁਲ ਵਿਸ਼ਵ ਦਾ ਸਭ ਤੋਂ ਵੱਡਾ ਪੁਲ ਬਣ ਰਿਹਾ ਹੈ ਜੀ ਇੰਡੀਆ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਇਹ ਬਣ ਰਿਹਾ ਚਿਨਾਬ ਨਦੀ ਦੇ ਉੱਤੇ। 2004 ਦੇ ਵਿੱਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਇਸ ਦੀ ਨੀਂਹ ਰੱਖੀ ਸੀ ਤੇ ਉਦੋਂ ਤੋਂ ਹੀ ਇਸ ਦਾ ਨਿਰਮਾਣ ਸ਼ੁਰੂ ਹੋ ਗਿਆ ਸੀ। ਤੇ ਜੇਕਰ ਇਸ ਦੀ ਲੰਬਾਈ ਦੀ ਗੱਲ ਕੀਤੀ ਜਾਵੇ ਤਾਂ 1.3 ਕਿਲੋਮੀਟਰ ਇਸ ਦੀ ਲੰਬਾਈ ਹੈ। ਨਦੀ ਤੋਂ 359 ਮੀਟਰ ਦੀ ਉਚਾਈ ਤੇ ਇਹ ਪੁਲ ਬਣ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪੁਲ ਬਣ ਕੇ ਤਿਆਰ ਹੋ ਜਾਏਗਾ, ਇਹ ਚਾਈਨਾ ਦੇ ਰਿਕਾਰਡ ਨੂੰ ਵੀ ਤੋੜ ਦੇਗਾ ਬਿਕਾਜ਼ ਚਾਈਨਾ ਦਾ ਹੀ ਰਿਕਾਰਡ ਹੈ ਸਭ ਤੋਂ ਵੱਡੇ ਪੁਲ ਬਣਾਉਣ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੁਲ ਦੇ ਬਣਨ ਤੋਂ ਬਾਅਦ ਇਹ ਰਿਕਾਰਡ ਟੁੱਟ ਜਾਏਗਾ ਤੇ ਇਸ ਨੂੰ ਬਣਾਉਣ ਦੀ ਲਾਗਤ ਜਿਹੜੀ ਹੈ ਉਹ 1200 ਕਰੋੜ ਰੁਪਏ ਦੀ ਆ ਰਹੀ ਹੈ। ਵਧਦੇ ਹਾਂ ਜੀ ਅਸੀਂ ਹੁਣ ਅਗਲੇ ਫੈਕਟ ਦੇ ਵੱਲ। ਤੇ ਜੇਕਰ ਮੈਂ ਗੱਲ ਕਰਾਂ ਹੁਣ ਕੋਕਾ ਕੋਲਾ ਦੀ, ਕੋਕਾ ਕੋਲਾ ਦੇ ਬਾਰੇ ਤੁਸੀਂ ਜਾਣਦੇ ਹੋਵੋਗੇ, ਤੁਸੀਂ ਉਸ ਨੂੰ ਟੇਸਟ ਵੀ ਕੀਤਾ ਹੋਏਗਾ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਉਸ ਨੂੰ ਟੇਸਟ ਕੀਤਾ ਹੋਏਗਾ ਕਦੇ ਨਾ ਕਦੇ, ਕਿਉਂਕਿ ਕੋਕਾ ਕੋਲਾ ਫੂਡ ਦੇ ਟੇਸਟ ਨੂੰ ਡਬਲ ਕਰ ਦਿੰਦਾ ਹੈ। ਇਹ ਇੱਕ ਕੋਲਡ ਡਰਿੰਕ ਹੈ। ਪਰ ਜੇਕਰ ਮੈਂ ਤੁਹਾਨੂੰ ਹੁਣ ਇਹ ਕਹਾਂ ਕਿ ਕੋਕਾ ਕੋਲਾ ਦਾ ਅਵਿਸ਼ਕਾਰ ਗਲਤੀ ਦੇ ਨਾਲ ਹੋਇਆ ਸੀ, ਕਿੱਦਾਂ ਦਾ ਲੱਗੇਗਾ? ਜੀ ਬਿਲਕੁਲ, ਕਿਉਂਕਿ ਇੱਕ ਫਾਰਮਾਸਿਸਟ ਜਿਸਦਾ ਨਾਮ ਹੈ ਜੌਨ, ਉਸਨੇ ਲੈਬ ਦੇ ਵਿੱਚ ਸਿਰ ਦਰਦ ਦੀ ਦਵਾਈ ਬਣਾਉਣ ਦੇ ਲਈ ਤਿਆਰੀ ਸ਼ੁਰੂ ਕੀਤੀ ਸੀ। ਜਦੋਂ ਉਸਨੇ ਕੋਲਾਨੇਟ ਤੇ ਕੋਲਾ ਦੀਆਂ ਪੱਤੀਆਂ ਨੂੰ ਮਿਲਾਇਆ ਤੇ ਆਪਣੇ ਲੈਬ ਅਸਿਸਟੈਂਟ ਨੂੰ ਦਿੱਤਾ, ਉਸਦੀ ਲੈਬ ਅਸਿਸਟੈਂਟ ਨੇ ਉਸ ਪੱਤੀਆਂ ਨੂੰ ਕਾਰਬੋਨੇਟ ਵਾਟਰ ਦੇ ਵਿੱਚ ਮਿਲਾ ਦਿੱਤਾ। ਬਟ ਥੋੜੀ ਦੇਰ ਬਾਅਦ ਜਦੋਂ ਉਸ ਦਾ ਰਿਜ਼ਲਟ ਸਾਹਮਣੇ ਆਇਆ ਤੇ ਉਹ ਇੱਕ ਡਰਿੰਕ ਬਣ ਚੁੱਕੀ ਸੀ ਤੇ ਬਾਅਦ ਵਿੱਚ ਇਸ ਡਰਿੰਕ ਨੂੰ ਕੋਕਾ ਕੋਲਾ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਤੇ ਇਸ ਨੂੰ ਮਾਰਕੀਟ ਦੇ ਵਿੱਚ ਉਤਾਰਿਆ ਗਿਆ। ਅਗਰ ਸ਼ੁਰੂਆਤੀ ਦਿਨਾਂ ਦੀ ਗੱਲ ਕਰਾਂ ਤੇ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਜਿਹੜੀ ਡਰਿੰਕ ਸੀ ਸਿਰਫ ਤੇ ਸਿਰਫ ਮੈਡੀਕਲ ਸਟੋਰਸ ਦੇ ਉੱਤੇ ਹੀ ਮਿਲਦੀ ਸੀ, ਹੋਰ ਕਿਤੇ ਵੀ ਤੁਹਾਨੂੰ ਇਹ ਨਹੀਂ ਮਿਲਦੀ ਸੀ। ਪਰ ਹੁਣ ਜੇਕਰ ਗੱਲ ਕੀਤੀ ਜਾਵੇ ਪ੍ਰੈਜ਼ੈਂਟ ਟਾਈਮ ਦੀ ਤਾਂ ਕੋਕਾ ਕੋਲਾ ਇੱਕ ਬ੍ਰਾਂਡ ਬਣ ਚੁੱਕਿਆ ਹੈ। ਮਤਲਬ ਗਲਤੀ ਦੇ ਨਾਲ ਅਵਿਸ਼ਕਾਰ ਹੋਈ ਚੀਜ਼ ਅੱਜ ਬ੍ਰਾਂਡ ਬਣ ਚੁੱਕੀ ਹੈ ਨਾ ਹੈਰਾਨ ਕਰਨ ਵਾਲਾ ਫੈਕਟ। ਵਧਦੇ ਹਾਂ ਜੀ ਹੁਣ ਅਸੀਂ ਅਗਲੇ ਫੈਕਟ ਦੇ ਵੱਲ। ਤੁਸੀਂ ਆਪਣੀ ਲਾਈਫ ਦੇ ਵਿੱਚ ਆਲੇ ਦੁਆਲੇ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਦੇਖਦੇ ਹੋ ਜਿਹਦੇ ਉੱਤੇ ਟ੍ਰੇਡਮਾਰਕ ਲਿਖਿਆ ਹੁੰਦਾ ਹੈ। ਹੁਣ ਟ੍ਰੇਡਮਾਰਕ ਕੀ ਹੈ? ਟ੍ਰੇਡਮਾਰਕ ਹੈ ਜੀ ਕਿਸੇ ਵੀ ਕੰਪਨੀ ਦਾ ਇੱਕ ਨਾਮ, ਜਿੱਦਾਂ ਕਿ ਤੁਸੀਂ ਲੇਜ਼ ਖਾਂਦੇ ਹੋ ਜਾਂ ਫਿਰ ਕੁਰਕਰੇ ਖਾਂਦੇ ਹੋ ਜਾਂ ਫਿਰ ਕੋਈ ਵੀ ਇਦਾਂ ਦੀਆਂ ਚੀਜ਼ਾਂ ਜਿਨ੍ਹਾਂ ਦੇ ਨਾਮ ਨੇ। ਪਰ ਉਸ ਟ੍ਰੇਡਮਾਰਕ ਦੇ ਅੱਗੇ ਤੁਸੀਂ ਕਦੇ ਨੋਟ ਕੀਤਾ ਹੈ ਇੱਕ ਆਰ ਦਾ ਨਿਸ਼ਾਨ ਹੁੰਦਾ ਹੈ ਜਿਹਦੇ ਉੱਤੇ ਇੱਕ ਸਰਕਲ ਵੀ ਹੁੰਦਾ ਹੈ, ਬਟ ਉਸ ਆਰ ਦਾ ਮਤਲਬ ਕੀ ਹੈ? ਔਰ ਤੁਸੀਂ ਇਹ ਵੀ ਚੀਜ਼ ਨੋਟਿਸ ਕੀਤੀ ਹੋਏਗੀ ਕਿ ਕਿਤੇ ਕਿਤੇ ਉਹ ਨਹੀਂ ਹੁੰਦਾ। ਪਰ ਮੈਂ ਤੁਹਾਨੂੰ ਦੱਸਦੀ ਹਾਂ ਜੀ ਟ੍ਰੇਡਮਾਰਕ ਦੇ ਅੱਗੇ ਆਰ ਦਾ ਮਤਲਬ ਕੀ ਹੁੰਦਾ ਹੈ। ਉਹ ਹੁੰਦਾ ਹੈ ਜੀ ਕਿ ਯੂਏ ਪੇਟੈਂਟ ਐਂਡ ਟ੍ਰੇਡਮਾਰਕ ਦੇ ਅੰਦਰ ਇਹ ਰਜਿਸਟਰਡ ਬ੍ਰਾਂਡ ਹੈ, ਇਹ ਰਜਿਸਟਰਡ ਟ੍ਰੇਡਮਾਰਕ ਹੈ। ਇਸ ਦਾ ਮਤਲਬ ਇਹੀ ਹੈ ਜੀ ਟ੍ਰੇਡਮਾਰਕ ਦੇ ਅੱਗੇ ਅਗਰ ਤੁਹਾਨੂੰ ਆਰ ਦਾ ਨਿਸ਼ਾਨ ਦਿਖਦਾ ਹੈ ਤਾਂ ਇਹ ਰਜਿਸਟਰਡ ਪ੍ਰੋਡਕਟ ਹੈ ਔਰ ਇਹ ਓਰੀਜਨਲ ਪ੍ਰੋਡਕਟ ਹੈ। ਔਰ ਅਗਰ ਤੁਹਾਨੂੰ ਕਿਤੇ ਵੀ ਇਹ ਨਜ਼ਰ ਨਹੀਂ ਆਉਂਦਾ ਤੇ ਤੁਸੀਂ ਸਮਝ ਜਾਣਾ ਹੈ ਕਿ ਇਹ ਰਜਿਸਟਰਡ ਪ੍ਰੋਡਕਟ ਨਹੀਂ ਹੈ, ਚਾਹੇ ਉਹ ਉਹਦੀ ਫਰਸਟ ਕਾਪੀ ਹੀ ਕਿਉਂ ਨਾ ਹੋਵੇ। ਯੂਏ ਟ੍ਰੇਡਮਾਰਕ ਦੀ ਗੱਲ ਕਰਾਂ ਅਗਰ ਆਰ ਸਿੰਬਲ ਦੀ, ਤਾਂ ਇਹ ਨਾ ਕੇਵਲ ਆਰ ਸਿੰਬਲ ਨੂੰ ਯੂਜ਼ ਕਰਨ ਦੀ ਪਰਮਿਸ਼ਨ ਦਿੰਦਾ ਹੈ, ਬਲਕਿ ਅਗਰ ਕੋਈ ਬਿਨਾਂ ਰਜਿਸਟਰ ਕੀਤੇ ਇਸ ਆਰ ਸਿੰਬਲ ਨੂੰ ਯੂਜ਼ ਕਰਦਾ ਹੈ ਤਾਂ ਉਹਦੇ ਖਿਲਾਫ ਮੁਕੱਦਮਾ ਵੀ ਦਰਜ ਕਰਵਾਉਣ ਦੀ ਪਰਮਿਸ਼ਨ ਦਿੰਦਾ ਹੈ। ਇਹ ਸੀ ਸਾਡੇ ਕੁਝ ਅੱਜ ਦੇ ਫੈਕਟ। ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਅੱਜ ਦੇ ਫੈਕਟ ਬਹੁਤ ਪਸੰਦ ਆਏ ਹੋਣਗੇ, ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਅੱਜ ਮਿਲੀਆਂ ਹੋਣਗੀਆਂ, ਜਾਗਰੂਕਤਾ ਆਈ ਹੋਏਗੀ ਤੇ ਇਸ ਜਾਗਰੂਕਤਾ ਨੂੰ ਤੁਸੀਂ ਆਪਣੇ ਤਾਈਂ ਬਿਲਕੁਲ ਨਹੀਂ ਰੱਖਣਾ ਬਲਕਿ ਆਪਣੇ ਆਲੇ ਦੁਆਲੇ ਵੀ ਸ਼ੇਅਰ ਕਰਨਾ ਹੈ, ਕਿਉਂਕਿ ਜਾਗਰੂਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ ਅੱਗੇ ਤੋਂ ਅਗਰ ਤੁਹਾਨੂੰ ਇਹਨਾਂ ਗੱਲਾਂ ਦੇ ਵਿੱਚੋਂ ਕੋਈ ਵੀ ਗੱਲ ਨਜ਼ਰ ਆਉਂਦੀ ਹੈ ਤੇ ਉਹਦੇ ਬਾਰੇ ਇੱਕ ਵਾਰ ਜ਼ਰੂਰ ਸੋਚ ਲੈਣਾ ਹੈ।
है ना। ਤੇ ਹੁਣ ਬਸ ਅਗਲੇ ਐਪੀਸੋਡ ਦੇ ਵਿੱਚ ਮੈਂ ਅਗਲੇ ਕੁਝ ਹੋਰ ਫੈਕਟ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੀ ਤੇ ਉਦੋਂ ਤੱਕ ਲਈ ਤੁਸੀਂ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Thank you.